राजस्थान बोर्ड जमात 10वीं ਪ੍ਰੀਖਿਆ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਬਲਕਰਨ ਸਿੰਘ ਸਹੋਤਾ ਸੀਨੀਅਰ ਟੀਚਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ 5 MLD ਕੜਸਾਣਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬੱਚਿਓ, ਅੱਜ ਆਪਾਂ ਪੰਜਾਬੀ ਵਿਆਕਰਣ ਦੇ ਟੌਪਿਕ ਭਾਸ਼ਾ ਤੇ ਪੰਜਾਬੀ ਭਾਸ਼ਾ ਦੇ ਪ੍ਰਸ਼ਨਾਂ ਉੱਤਰਾਂ ਬਾਰੇ ਚਰਚਾ ਕਰਾਂਗੇ। ਮੈਨੂੰ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਆਪਾਂ ਬਿਨਾਂ ਟਾਈਮ ਵੇਸਟ ਕੀਤੇ ਗੱਲ ਕਰਦੇ ਹਾਂ ਭਾਸ਼ਾ ਅਤੇ ਪੰਜਾਬੀ ਭਾਸ਼ਾ। ਪ੍ਰਸ਼ਨ ਪਹਿਲਾ, ਭਾਸ਼ਾ ਕਿਸ ਨੂੰ ਕਹਿੰਦੇ ਹਨ? ਇਸ ਤਰੀਕੇ ਦੇ ਪ੍ਰਸ਼ਨ ਪੁੱਛੇ ਜਾਣਗੇ ਤਾਂ ਉੱਤਰ ਹੋਵੇਗਾ, ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਤੇ ਭਾਵ ਦੁਨੀਆ ਤੱਕ ਪਹੁੰਚਾਉਂਦਾ ਹੈ। ਅਗਲਾ ਪ੍ਰਸ਼ਨ, ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਮਨੁੱਖ ਕਿਹੜੇ ਸਫਲ ਸਾਧਨ ਦੀ ਵਰਤੋਂ ਕਰਦਾ ਹੈ? ਉੱਤਰ ਹੋਵੇਗਾ, ਭਾਸ਼ਾ ਦੀ। ਸਾਡੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾ ਪ੍ਰਵਾਨਿਤ ਹਨ? ਆਪ ਜੀ ਦਾ ਉੱਤਰ ਹੋਵੇਗਾ 22 ਭਾਸ਼ਾਵਾਂ। ਪ੍ਰਸ਼ਨ ਅਗਲਾ, ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਪ੍ਰਵਾਨਿਤ ਭਾਸ਼ਾਵਾਂ ਦਾ ਜ਼ਿਕਰ ਹੈ? ਆਪ ਜੀ ਦਾ ਉੱਤਰ ਹੋਵੇਗਾ 8ਵੀਂ ਅਨੁਸੂਚੀ ਵਿੱਚ। ਅਗਲਾ ਪ੍ਰਸ਼ਨ, ਉਪਭਾਸ਼ਾ ਕੀ ਹੁੰਦੀ ਹੈ? ਉੱਤਰ ਹੋਵੇਗਾ, ਪੁਰਾਣੇ ਸਮਿਆਂ ਵਿੱਚ ਵਿਸ਼ੇਸ਼ ਭੂਗੋਲਿਕ ਸਥਿਤੀਆਂ ਹੋਣ ਕਾਰਨ ਅਤੇ ਆਵਾਜਾਈ ਦੀਆਂ ਸਹੂਲਤਾਂ ਨਾ ਹੋਣ ਕਾਰਨ ਇੱਕ ਖਿੱਤੇ ਦੇ ਲੋਕਾਂ ਦਾ ਦੂਸਰੇ ਖਿੱਤੇ ਦੇ ਲੋਕਾਂ ਨਾਲ ਕੋਈ ਬਹੁਤਾ ਮੇਲ ਜੋਲ ਨਹੀਂ ਹੁੰਦਾ ਸੀ। ਸੰਚਾਰ ਸਾਧਨਾਂ ਦੀ ਵੀ ਘਾਟ ਸੀ, ਜਿਸ ਕਾਰਨ ਇੱਕ ਪ੍ਰਾਂਤ ਜਾਂ ਇਲਾਕੇ ਵਿੱਚ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਉਚਾਰਨ ਅਤੇ ਸ਼ਬਦਾਵਲੀ ਦੇ ਪੱਖ ਤੋਂ ਅੰਤਰ ਹੁੰਦਾ ਸੀ। ਇਸੇ ਭਾਸ਼ਾਈ ਅੰਤਰ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਆਪ ਜੀ ਲਈ, ਪੰਜਾਬੀ ਦੀਆਂ ਉਪਭਾਸ਼ਾ ਕਿਹੜੀਆਂ-ਕਿਹੜੀਆਂ ਹਨ? ਆਪਾਂ ਗੱਲ ਕਰੀਏ, ਪੰਜਾਬੀ ਦੀਆਂ ਉਪਭਾਸ਼ਾ 7 ਹਨ। ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠਾਹਾਰੀ, ਮੁਲਤਾਨੀ ਅਤੇ ਡੋਗਰੀ। ਨੋਟ, ਡੋਗਰੀ ਨੂੰ ਸੁਤੰਤਰ ਭਾਸ਼ਾ ਦਾ ਦਰਜਾ ਮਿਲਣ ਕਰਕੇ ਹੁਣ ਇਹ ਪੰਜਾਬੀ ਦੀ ਉਪਭਾਸ਼ਾ ਨਾ ਹੋ ਕੇ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਇੱਕ ਸੁਤੰਤਰ ਭਾਸ਼ਾ ਹੈ। ਅਗਲਾ ਪ੍ਰਸ਼ਨ ਆਪ ਜੀ ਲਈ, ਮਾਝੀ ਉਪਭਾਸ਼ਾ ਕਿਹੜੇ ਦਰਿਆਵਾਂ ਦੇ ਵਿਚਕਾਰ ਬੋਲੀ ਜਾਂਦੀ ਹੈ? ਆਪ ਜੀ ਦਾ ਉੱਤਰ ਹੋਵੇਗਾ, ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰ। ਅਗਲਾ ਪ੍ਰਸ਼ਨ, ਮਾਝੀ ਉਪਭਾਸ਼ਾ ਦੇ ਜ਼ਿਲ੍ਹਿਆਂ ਦੇ ਨਾਮ ਲਿਖੋ। ਇਸ ਲਈ ਟ੍ਰਿਕ ਬਣਾਈ ਗਈ ਹੈ। ਮਾਝੀ ਉਪਭਾਸ਼ਾ ਦੇ ਜ਼ਿਲ੍ਹਿਆਂ ਲਈ ਮਾਂ GPTBLS ਤੁਸੀਂ ਯਾਦ ਕਰੋਗੇ, ਮਾਂ GPTBLS। ਇਹਨੂੰ ਜਿਵੇਂ M ਤੋਂ ਮਾਝੀ ਹੋ ਜਾਏਗਾ, A ਤੋਂ ਜ਼ਿਲ੍ਹਾ ਆਏਗਾ ਅੰਮ੍ਰਿਤਸਰ, G ਤੋਂ ਜ਼ਿਲ੍ਹਾ ਆਏਗਾ ਗੁਰਦਾਸਪੁਰ, P ਤੋਂ ਪਠਾਨਕੋਟ, T ਤੋਂ ਤਰਨਤਾਰਨ, B ਤੋਂ ਬਟਾਲਾ, LS ਦੋਨਾਂ ਨੂੰ ਇਕੱਠਾ ਯਾਦ ਰੱਖਣਾ ਹੈ। ਇਹ ਹੈ ਲਾਹੌਰ ਅਤੇ ਸਿਆਲਕੋਟ। ਦੋਨੋਂ ਜ਼ਿਲ੍ਹੇ ਪਾਕਿਸਤਾਨ ਦੇ ਜ਼ਿਲ੍ਹੇ ਹਨ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਇਹ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਹੈ। ਪ੍ਰਸ਼ਨ ਅਗਲਾ, ਮਲਵਈ ਉਪਭਾਸ਼ਾ ਦੇ ਜ਼ਿਲ੍ਹਿਆਂ ਦੇ ਨਾਂ ਲਿਖੋ। ਇਸ ਲਈ ਟ੍ਰਿਕ ਬਣਾਈ ਗਈ ਹੈ। LBSMF, L ਦੇ ਅੱਗੇ 1 ਲਾਇਆ ਹੈ, BS ਦੇ ਅੱਗੇ 2 ਲਾਇਆ ਹੈ, M ਦੇ ਅੱਗੇ 3 ਲਾਇਆ ਹੈ ਅਤੇ F ਦੇ ਅੱਗੇ 4 ਲਾਇਆ ਹੈ। ਇਸ ਦਾ ਮਤਲਬ L 1 ਵਾਰ ਲਿਖਣਾ ਹੈ, B 2 ਵਾਰ ਲਿਖਣਾ ਹੈ, S 2 ਵਾਰ ਲਿਖਣਾ ਹੈ, M 3 ਵਾਰ ਲਿਖਣਾ ਹੈ ਅਤੇ F 4 ਵਾਰ ਲਿਖਣਾ ਹੈ। ਔਰ ਇਸੇ ਨਾਲ ਹੀ ਇਹਨਾਂ ਦੇ ਜ਼ਿਲ੍ਹਿਆਂ ਦੇ ਨਾਂ ਬਣ ਜਾਣਗੇ। ਜਿਵੇਂ L ਤੋਂ ਲੁਧਿਆਣਾ, B 2 ਵਾਰ ਆਏਗਾ ਬਠਿੰਡਾ ਤੇ ਬਰਨਾਲਾ, S 2 ਵਾਰ ਆਏਗਾ ਸਿਰਸਾ ਅਤੇ ਸੰਗਰੂਰ, M 3 ਵਾਰ ਆਏਗਾ ਮੋਗਾ, ਮੁਕਤਸਰ ਅਤੇ ਮਾਨਸਾ, F 4 ਵਾਰ ਆਏਗਾ ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ ਅਤੇ ਫਿਰੋਜ਼ਪੁਰ। ਅਗਲਾ ਪ੍ਰਸ਼ਨ,
ਦੁਆਬੀ ਉਪਭਾਸ਼ਾ ਦੇ ਜ਼ਿਲ੍ਹਿਆਂ ਦੇ ਨਾਂ ਲਿਖੋ। ਇਸ ਲਈ ਟ੍ਰਿਕ ਹੈ, ਸ਼ਹੀਦ ਭਗਤ ਸਿੰਘ ਨੇ ਹੁਸ਼ਿਆਰੀ ਨਾਲ ਕਪੂਰ ਜਲਾ ਦਿੱਤਾ, ਸਾਰੇ ਦੁਆ ਦਿਓ। ਸ਼ਹੀਦ ਭਗਤ ਸਿੰਘ ਤੋਂ ਭਾਵ ਸ਼ਹੀਦ ਭਗਤ ਸਿੰਘ ਨਗਰ ਪਹਿਲਾ ਜ਼ਿਲ੍ਹਾ ਨੇ ਵੈਸੇ ਹੀ ਲਾਇਆ ਗਿਆ ਹੈ। ਹੁਸ਼ਿਆਰੀ ਦਾ ਮਤਲਬ ਹੁਸ਼ਿਆਰਪੁਰ, ਨਾਲ ਵੈਸੇ ਹੀ ਹੈ। ਕਪੂਰ ਕਪੂਰਥਲਾ, ਜਲਾ ਜਲੰਧਰ ਦਿੱਤਾ, ਸਾਰੇ ਦੁਆ ਦਿਓ। ਦੁਆ ਦਿਓ ਤੋਂ ਭਾਵ ਤੁਸੀਂ ਸਮਝ ਸਕਦੇ ਹੋ ਕਿ ਇਹ ਦੁਆਬੀ ਉਪਭਾਸ਼ਾ ਦੇ ਜ਼ਿਲ੍ਹੇ ਹਨ। ਇਸ ਤੋਂ ਬਾਅਦ 'ਚ ਦੁਆਬੀ ਉਪਭਾਸ਼ਾ ਕਿਹੜੇ ਦਰਿਆਵਾਂ ਵਿਚਕਾਰ ਬੋਲੀ ਜਾਂਦੀ ਹੈ? ਦੋ ਦਰਿਆ ਹੈ, ਬਿਆਸ ਅਤੇ ਸਤਲੁਜ ਦਰਿਆਵਾਂ ਵਿਚਕਾਰ। ਪ੍ਰਸ਼ਨ ਅਗਲਾ, ਪੁਆਧ ਦਾ ਅਰਥ ਦੱਸਦੇ ਹੋਏ ਪੁਆਧੀ ਉਪਭਾਸ਼ਾ ਦੇ ਜ਼ਿਲ੍ਹਿਆਂ ਦੇ ਨਾਮ ਲਿਖੋ। ਪੁਆਧ ਦਾ ਅਰਥ ਵੀ ਪੁੱਛਿਆ ਜਾ ਸਕਦਾ ਹੈ, ਤਾਂ ਪੁਆਧ ਦਾ ਅਰਥ ਹੈ ਪੂ ਤੋਂ ਅਰਥਾਤ ਪੂਰਬ, ਯਾਨੀ ਕਿ ਪੂਰਬ ਆਦਮਨ ਅੱਧਾ ਹਿੱਸਾ, ਪੂਰਬ ਦਾ ਅੱਧਾ ਹਿੱਸਾ ਅਰਥਾਤ ਚੜ੍ਹਦੇ ਵੱਲ ਪਾਸੇ ਦਾ ਅੱਧਾ ਹਿੱਸਾ ਕਹਿ ਸਕਦੇ ਹਾਂ ਆਪਾਂ। ਟ੍ਰਿਕ ਹੈ ਇਹਦੀ, ਪੱਟ ਫਤਿਹ ਅੰਬ ਸੰਗ ਨਾ ਸਾਸਨ ਤੋਂ ਪਊਆ ਦੇ ਰੋਪੜ। ਇਹਦੀ ਟ੍ਰਿਕ ਹੈ, ਦੁਬਾਰਾ ਤੋਂ ਬੋਲ ਰਹੇ ਹਾਂ। ਪੱਟ ਫਤਿਹ ਅੰਬ ਸੰਗ ਨਾ ਸਾਸਨ ਤੋਂ ਪਊਆ ਦੇ ਰੋਪੜ। ਪੱਟ ਤੋਂ ਪਟਿਆਲਾ, ਪਟਿਆਲੇ ਦਾ ਵੀ ਪੂਰਬੀ ਹਿੱਸਾ। ਫਤਿਹ ਤੋਂ ਫਤਿਹਗੜ੍ਹ ਸਾਹਿਬ ਦਾ ਵੀ ਪੂਰਬੀ ਹਿੱਸਾ। ਦੋਨੇ ਪਹਿਲਾ ਦੂਜੇ ਦੇ ਪੂਰਬੀ ਹਿੱਸੇ ਹਨ। 3 ਨੰਬਰ 'ਤੇ ਆਉਂਦਾ ਹੈ ਅੰਬਾਲਾ, ਅੰਬਾਲਾ ਦਾ ਪੱਛਮੀ ਹਿੱਸਾ। ਸੰਗ ਦਾ ਮਤਲਬ ਸੰਗਰੂਰ, ਸੰਗਰੂਰ ਦਾ ਮਲੇਰਕੋਟਲੇ ਵੱਲ ਦਾ ਖੇਤਰ। 5 ਨੰਬਰ 'ਤੇ ਆਪਣੇ ਕੋਲੇ ਆਉਂਦਾ ਹੈ ਸਾਸਨ, ਸਾਸਨ ਤੋਂ ਮਤਲਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਇਸ ਤੋਂ ਸੰਗਨਾ ਸਾਸਨ ਤੋਂ ਪਊਆ ਦੇ ਯਾਨੀ ਕਿ ਪੁਆਧੀ, ਰੋਪੜ ਰੂਪਨਗਰ ਜਾਂ ਰੋਪੜ ਆਪਾਂ ਕਹਿ ਸਕਦੇ ਹਾਂ। ਅਗਲਾ ਪ੍ਰਸ਼ਨ, ਪੋਠੋਹਾਰੀ ਉਪਭਾਸ਼ਾ ਦੇ ਜ਼ਿਲ੍ਹਿਆਂ ਦੇ ਨਾਮ ਲਿਖੋ। ਇਸ ਲਈ ਟ੍ਰਿਕ ਹੈ JRK, ਜੇਹਲਮ, ਰਾਵਲਪਿੰਡੀ ਅਤੇ ਕੈਮਲਪੁਰ। ਇਹ ਤਿੰਨੇ ਜ਼ਿਲ੍ਹੇ ਪਾਕਿਸਤਾਨ ਦੇ ਜ਼ਿਲ੍ਹੇ ਹਨ। ਨੋਟ, ਪੋਠੋਹਾਰੀ ਦਾ ਇਲਾਕਾ ਪ੍ਰਾਚੀਨ ਸਮਿਆਂ ਵਿੱਚ ਪਾਲੀ ਭਾਸ਼ਾ ਦਾ ਵਿਦਿਅਕ ਕੇਂਦਰ ਸੀ, ਕਿਉਂਕਿ ਇਸ ਇਲਾਕੇ ਵਿੱਚ ਤਕਸ਼ਿਲਾ ਯੂਨੀਵਰਸਿਟੀ ਸਥਿਤ ਸੀ। ਪ੍ਰਸ਼ਨ ਅਗਲਾ, ਮੁਲਤਾਨੀ ਉਪਭਾਸ਼ਾ ਕਿਹੜੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ? ਆਪ ਜੀ ਦਾ ਉੱਤਰ ਹੋਵੇਗਾ, ਸਭ ਤੋਂ ਪਹਿਲਾਂ ਆਪਾਂ ਟ੍ਰਿਕ ਵੇਖਾਂਗੇ। ਮੁਲਤਾਨੀ ਲਈ ਆਪਾਂ ਇੱਕ ਨਾਮ ਸਪੋਜ਼ ਕਰਾਂਗੇ, ਮੁਲਤਾਨ ਸਿੰਘ। ਚੰਗ ਬਜਾ ਮੁਲਤਾਨ ਸਿੰਘ, ਮੁਲਤਾਨ ਸਿੰਘ ਨੂੰ ਕਹਿ ਰਹੇ ਹਾਂ ਵੀ ਚੰਗ ਬਜਾ ਮੁਲਤਾਨ ਸਿੰਘ। ਹੁਣ ਇਸ ਦੀ ਟ੍ਰਿਕ ਕਿਵੇਂ ਬਣੇਗੀ ਕਿ ਚੰਗ ਤੋਂ ਬਣਾਵਾਂਗੇ, ਜ਼ਿਲ੍ਹਾ ਹੈ ਝੰਗ। ਬਜਾ ਤੋਂ ਬਹਾ ਤੋਂ ਮਤਲਬ ਬਹਾਵਲਪੁਰ। ਝੰਗ, ਬਹਾਵਲਪੁਰ, ਮੁਲਤਾਨ ਤੋਂ ਮੁਲਤਾਨ ਦਾ ਡੇਰਾ ਗਾਜੀ ਖਾਂ। ਇਸ ਤਰੀਕੇ ਨਾਲ ਆਪਾਂ ਮੁਲਤਾਨੀ ਦੇ ਜ਼ਿਲ੍ਹੇ ਤਿੰਨੇ ਲਹਿੰਦੇ ਪੰਜਾਬ ਕਹਿਣ ਦਾ ਭਾਵ ਪਾਕਿਸਤਾਨ ਦੇ ਜ਼ਿਲ੍ਹੇ ਹਨ। ਅਗਲਾ ਪ੍ਰਸ਼ਨ, ਡੋਗਰੀ ਉਪਭਾਸ਼ਾ ਦੇ ਜ਼ਿਲ੍ਹਿਆਂ ਦੇ ਨਾਮ ਲਿਖੋ। ਇਸ ਲਈ ਟ੍ਰਿਕ ਹੈ J&K ਕਾਂਗੜਾ। ਜੰਮੂ ਅਤੇ ਕਸ਼ਮੀਰ ਕਹਿ ਸਕਦੇ ਹਾਂ, ਕਾਂਗੜਾ ਹਿਮਾਚਲ ਪ੍ਰਦੇਸ਼। ਨੋਟ, ਹੁਣ ਡੋਗਰੀ ਉਪਭਾਸ਼ਾ ਨੂੰ ਸੁਤੰਤਰ ਭਾਸ਼ਾ ਦਾ ਦਰਜਾ ਪ੍ਰਾਪਤ ਹੋ ਗਿਆ ਹੈ। ਇਹ ਪੰਜਾਬੀ ਦੀ ਉਪਭਾਸ਼ਾ ਹੁਣ ਨਹੀਂ ਹੈ। ਪ੍ਰਸ਼ਨ ਇਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਕਿ ਹੁਣ ਪੰਜਾਬੀ ਦੀ ਉਪਭਾਸ਼ਾ ਜਿਹੜੀ ਪਹਿਲਾਂ ਸੀ ਲੇਕਿਨ ਹੁਣ ਨਹੀਂ ਗਈ, ਉਹ ਕਿਹੜੀ ਹੈ? ਤਾਂ ਤੁਹਾਨੂੰ ਉੱਤਰ ਦੇਣਾ ਹੋਵੇਗਾ ਡੋਗਰੀ। ਅਗਲਾ ਪ੍ਰਸ਼ਨ, ਪੰਜਾਬੀ ਦੀਆਂ ਉਪਭਾਸ਼ਾ ਦੇ ਆਪਸੀ ਅੰਤਰ ਕਿਉਂ ਪੈਦਾ ਹੋਏ ਤੇ ਹੁਣ ਕਿਉਂ ਘਟਦੇ ਜਾ ਰਹੇ ਹਨ? ਤੁਹਾਨੂੰ ਪਤਾ ਹੈ ਕਿ ਪੰਜਾਬੀ ਦੀਆਂ ਉਪਭਾਸ਼ਾ ਦੇ ਆਪਸੀ ਅੰਤਰ ਦਰਿਆ, ਸੰਘਣੇ ਜੰਗਲ, ਪਹਾੜ, ਰਾਜਸੀ ਤੇ ਆਰਥਿਕ ਵਖਰੇਵੇਂ ਕਰਕੇ ਪੈਦਾ ਹੋਏ। ਹੁਣ ਸੰਚਾਰ ਅਤੇ ਯਾਤਾਯਾਤ ਦੇ ਸਾਧਨਾਂ ਕਰਕੇ ਇਹ ਅੰਤਰ ਘਟਦੇ ਜਾ ਰਹੇ ਹਨ। ਅਗਲਾ ਪ੍ਰਸ਼ਨ ਹੈ, ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਕਿਸ ਨੂੰ ਕਹਿੰਦੇ ਹਨ? ਮੋਸਟ ਇੰਪੋਰਟੈਂਟ ਪ੍ਰਸ਼ਨ ਹੈ ਕਿ ਟਕਸਾਲੀ ਭਾਸ਼ਾ ਇੱਕ ਆਦਰਸ਼ ਭਾਸ਼ਾ ਹੁੰਦੀ ਹੈ ਜੋ ਸਾਰੇ ਇਲਾਕੇ ਵਿੱਚ
ਸਾਂਝੀ ਭਾਸ਼ਾ ਵਜੋਂ ਮਾਨਤਾ ਰੱਖਦੀ ਹੈ। ਪੰਜਾਬੀ ਦੀਆਂ ਥੋੜ੍ਹੇ ਬਹੁਤੇ ਫਰਕ ਵਾਲੀਆਂ ਉਪਭਾਸ਼ਾ ਨੂੰ ਛੱਡ ਕੇ ਸਾਰੇ ਪੰਜਾਬ ਵਿੱਚ ਜਿਹੜੀ ਸਰਬ ਸਾਂਝੀ ਭਾਸ਼ਾ ਵਰਤੀ ਜਾਂਦੀ ਹੈ ਉਸ ਨੂੰ ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਦੇ ਲਈ ਮਾਝੀ ਉਪਭਾਸ਼ਾ ਨੂੰ ਆਧਾਰ ਬਣਾਇਆ ਗਿਆ ਹੈ, ਕਿਉਂਕਿ ਇਸ ਦੀ ਸ਼ਬਦਾਵਲੀ ਅਤੇ ਆਮ ਮੁਹਾਵਰੇ ਵਿੱਚੋਂ ਸਾਰੀਆਂ ਉਪਭਾਸ਼ਾ ਦੀ ਮਹਿਕ ਆਉਂਦੀ ਹੈ। ਅਗਲਾ ਪ੍ਰਸ਼ਨ ਆਪ ਜੀ ਲਈ, ਟਕਸਾਲੀ ਜਾਂ ਮਿਆਰੀ ਭਾਸ਼ਾ ਦੀ ਕੀ ਉਪਯੋਗਿਤਾ ਹੁੰਦੀ ਹੈ? ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਾਝੀ ਟਕਸਾਲੀ ਜਾਂ ਮਿਆਰੀ ਪੰਜਾਬੀ ਦੀ ਭਾਸ਼ਾ ਹੈ, ਉਪਭਾਸ਼ਾ ਹੈ, ਤਾਂ ਇਸ ਦੀ ਕੀ ਉਪਯੋਗਿਤਾ ਹੈ? ਪ੍ਰਸ਼ਨ ਇਹ ਹੈ। ਉੱਤਰ ਹੋਊਗਾ ਇਹ ਉਪਭਾਸ਼ਾ ਸਰਕਾਰੀ ਪ੍ਰਬੰਧ, ਸਿੱਖਿਆ, ਸਾਹਿਤ, ਸੱਭਿਆਚਾਰ ਅਤੇ ਵਪਾਰ ਆਦਿ ਦੀਆਂ ਲੋੜਾਂ ਨੂੰ ਪੂਰੀਆਂ ਕਰਦੀ ਹੈ। ਪੰਜਾਬੀ ਵਿੱਚ ਸਮਾਚਾਰ ਪੱਤਰ, ਰੇਡੀਓ, ਟੈਲੀਵਿਜ਼ਨ ਦੇ ਸਮਾਚਾਰ ਅਤੇ ਪਾਠ ਪੁਸਤਕਾਂ ਦੀ ਭਾਸ਼ਾ ਟਕਸਾਲੀ ਭਾਸ਼ਾ ਦੀਆਂ ਅਹਿਮ ਉਦਾਹਰਣਾਂ ਹਨ। ਕਹਿਣ ਦਾ ਮਤਲਬ ਜਿਹੜਾ ਵੀ ਸਰਕਾਰੀ ਕੰਮਕਾਜ ਜਿਹੜਾ ਹੋਊਗਾ ਇਹ ਟਕਸਾਲੀ ਭਾਸ਼ਾ ਵਿੱਚ ਹੀ ਹੁੰਦਾ ਹੈ। ਅਗਲਾ ਪ੍ਰਸ਼ਨ, ਪਿੰਜਨ ਅਤੇ ਕ੍ਰਿਓਲ ਭਾਸ਼ਾ ਵੰਨਗੀਆਂ ਵਿੱਚ ਕੀ ਅੰਤਰ ਹੈ? ਆਪਾਂ ਪੜ੍ਹਿਆ ਉਪਭਾਸ਼ਾਵਾਂ। ਇਹ ਉਪਭਾਸ਼ਾਵਾਂ ਜਿਹੜੀਆਂ ਸੀ ਇਹ ਭਾਸ਼ਾ ਦੀਆਂ ਵੰਨਗੀਆਂ ਸੀ, ਪਰ ਇਦੋਂ ਆਪਾਂ ਕਹਿ ਸਕਦੇ ਹਾਂ ਕਿ ਵੰਨਗੀਆਂ ਹੋਰ ਵੀ ਹਨ, ਜਿਵੇਂ ਕਿ ਵਿਅਕਤੀਗਤ ਵੰਨਗੀਆਂ ਹੁੰਦੀਆਂ। ਉਸੇ ਤਰ੍ਹਾਂ ਇੱਕ ਵੰਨਗੀ ਹੈ ਪੀਜਨ ਅਤੇ ਕ੍ਰਿਓਲ। ਪੀਜਨ ਦਾ ਭਾਵ ਹੈ ਕੰਮ ਚਲਾਊ ਭਾਸ਼ਾ। ਕਹਿਣ ਦਾ ਮਤਲਬ ਜਿਵੇਂ ਕਿ ਪੰਜਾਬੀ ਦੇ ਪੜ੍ਹੇ ਲਿਖੇ ਲੋਕ ਆਪਸ ਵਿੱਚ ਗੱਲਬਾਤ ਕਰਦੇ ਹੋਏ ਪੰਜਾਬੀ ਦੇ ਸ਼ਬਦਾਂ ਦੇ ਨਾਲ ਨਾਲ ਅੰਗਰੇਜ਼ੀ, ਹਿੰਦੀ ਅਤੇ ਹੋਰ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਵੀ ਕਰਦੇ ਹਨ, ਇਸ ਨੂੰ ਪੀਜਨ ਕਿਹਾ ਜਾਂਦਾ ਹੈ। ਪਰ ਇਹੀ ਕੰਮ ਚਲਾਊ ਭਾਸ਼ਾ ਪੀਜਨ ਸਥਾਨਿਕ ਭਾਸ਼ਾ ਬਣ ਜਾਵੇ ਤਾਂ ਉਸ ਨੂੰ ਕ੍ਰਿਓਲ ਦਾ ਨਾਂ ਦਿੱਤਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਭਾਵਾਂ ਦੇ ਪ੍ਰਗਟਾਵੇ ਦੇ ਸੰਚਾਰ ਦੇ ਸਾਧਨ ਨੂੰ ਕੀ ਕਹਿੰਦੇ ਹਨ? ਉੱਤਰ ਹੋਵੇਗਾ ਭਾਸ਼ਾ ਕਹਿੰਦੇ ਹਨ। ਪ੍ਰਸ਼ਨ ਹੈ, ਭਾਸ਼ਾ ਕਿੰਨੀ ਕਿਸਮਾਂ ਦੀ ਹੁੰਦੀ ਹੈ? ਆਪ ਜੀ ਦਾ ਉੱਤਰ ਹੋਵੇਗਾ 2 ਕਿਸਮਾਂ ਦੀ ਹੁੰਦੀ ਹੈ, ਮੌਖਿਕ ਅਤੇ ਲਿਖਤੀ ਭਾਸ਼ਾ। ਪ੍ਰਸ਼ਨ ਅਗਲਾ, ਜਿਹੜੀ ਭਾਸ਼ਾ ਬੱਚਾ ਆਪਣੇ ਘਰ ਪਰਿਵਾਰ ਅਤੇ ਆਪਣੇ ਮਾਂ-ਬਾਪ ਤੋਂ ਸਿੱਖਦਾ ਹੈ ਉਸ ਨੂੰ ਕਿਹੜੀ ਭਾਸ਼ਾ ਕਿਹਾ ਜਾਂਦਾ ਹੈ? ਉੱਤਰ ਹੋਵੇਗਾ ਮਾਤ ਭਾਸ਼ਾ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਪੜ੍ਹਿਆ ਪੰਜਾਬੀ ਦੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਬਾਰੇ। ਅਗਲੇ ਟੌਪਿਕ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ।